ਅਸੀਂ ਜਦੋਂ ਕੰਟਰੈਕਟ ਫਾਰਮਿੰਗ ਦੀ ਗੱਲ ਕਰਦੇ ਹਾਂ ਤਾਂ ਉਦੋਂ ਕਿਸਾਨਾਂ ਦੀਆਂ ਬਹੁਤ ਸਾਰੀਆਂ ਮੁਸ਼ਕਲਾਂ ਆਉਂਦੀਆਂ। ਕੰਟਰੈਕਟ ਫਾਰਮਿੰਗ ਯਾਨੀ ਠੇਕਾ ਆਧਾਰਿਤ ਜਿਹੜੀ ਫਸਲ ਦੀ ਉਪਜ ਕਰਾਉਂਦੀਆਂ ਕੰਪਨੀਆਂ, ਉਹਦੇ 'ਚ ਕੁਝ ਦਿੱਕਤਾਂ ਆਉਂਦੀਆਂ ਨੇ। ਭਗਵੰਤ ਸਿੰਘ ਜੀ, ਕਿਹੜੀਆਂ ਮੁਸ਼ਕਲਾਂ ਆਉਂਦੀਆਂ? ਤੁਸੀਂ ਇਸ ਏਰੀਏ ਦੇ ਹੋ। देखो जी, पहला तो जी सब तो जी इस एरिए की समस्या आती आ वो ये है भी जी सोइंग है। सब तो पहला तो पानी की समस्या आ जाती है जो सोइंग टाइम पर नहीं होंगी, क्वालिटी बजाई का उदों क्वालिटी कंट्रोल का क्वालिटी का फर्क पै जाता। फिर कंपनियां जिहड़ियां मेन जी कंडीशन लाउंदियां जे तो मार्केट तेज़ है फिर तो उन्नी की क्वालिटी चलती है, नहीं तो क्वालिटी कंडीशन वध जाती है, फार्मर तो उस लैवल पर पूरा नहीं आया जाता गा। ਜਾਂ ਕੁਆਲਿਟੀ ਦੇ ਮਤਲਬ ਜਿਹੜੀ ਪੂਰ ਕੁਆਲਿਟੀ ਆ ਉਹ ਵੀ ਕੁਝ ਰੇਟ ਘੱਟ ਕਰਕੇ ਕੰਪਨੀਆਂ ਨੂੰ ਲੈਣੀ ਚਾਹੀਦੀ ਹੈ। ਕੋਈ ਫਾਰਮਰ ਦੇ ਤਾਂ ਟਾਈਮ ਪ੍ਰੋਡਕਸ਼ਨ ਕਰਨ 'ਤੇ ਉਨਾ ਹੀ ਲੱਗਦਾ ਹੈ, ਭਲਾ ਉਹ ਗੁੱਡ ਕੁਆਲਿਟੀ ਹੋਵੇ ਭਲਾ ਥੋੜ੍ਹੀ ਪੂਰ ਕੁਆਲਿਟੀ ਆ। ਇਹ ਮੇਨ ਜਿਹੜੀ ਸਮੱਸਿਆ ਹੈਗੀਆਂ। ਜਿਵੇਂ ਇੱਥੇ ਮਤਲਬ ਅਸੀਂ ਦੇਖਿਆ ਪਹਿਲਾਂ ਕਿੰਨੂ ਦੇ ਵਿੱਚ ਵੀ ਦੇਖਦੇ ਹਾਂ ਮਾਰਕੀਟਿੰਗ ਦੇ ਵਿੱਚ, ਜਦੋਂ ਮਤਲਬ ਪੂਰ ਕੁਆਲਿਟੀ ਹੁੰਦੀ ਆ ਤਾਂ ਉਹਨੂੰ ਮਤਲਬ ਮਾਰਕੀਟ ਦੇ ਵਿੱਚ ਉਹ ਦੂਸਰੇ ਚੰਗੇ ਕਿੰਨੂ ਦੀ ਮਾਰਕੀਟ ਵੀ ਖਰਾਬ ਕਰਦਾ ਜੀ। ਤੇ ਜਿਹੜੀ ਕੰਟਰੈਕਟ ਫਾਰਮਿੰਗ ਆ ਉਹਦੇ ਤਾਂ ਅਸੀਂ ਬੜੀ ਵਾਰ ਦੇਖਿਆ ਵੀ ਜਿਹੜਾ ਜਿਵੇਂ ਹੁਣ ਸਾਡੇ ਏਰੀਆ ਦੇ ਵਿੱਚ ਗੋਭੀ ਦਾ ਸੀਡ ਪੈਦਾ ਹੁੰਦਾ, ਉਹਦੇ ਵਿੱਚ ਵੀ ਅਸੀਂ ਦੇਖਿਆ ਜਿਹੜੀ ਕੁਆਲਿਟੀ ਚੰਗੀ ਆ ਉਹਨੂੰ ਕੰਪਨੀ ਹੱਸ ਕੇ ਲੈਂਦੀ ਹੈ, ਜਿਹੜੀ ਹਲਕੀ ਕੁਆਲਿਟੀ ਆ ਉਹਨੂੰ ਛੱਡ ਜਾਂਦੀ ਹੈ ਜੀ। ਇਹ ਕੁਆਲਿਟੀ ਕੰਟਰੋਲ ਨਹੀਂ, ਫਾਰਮਰ ਦੇ ਤਾਂ ਟਾਈਮ ਵੇਸਟ, ਫਾਰਮਰ ਦੇ ਤਾਂ ਕੰਟਰੋਲ 'ਚ ਹੈ ਨਹੀਂ, ਨੇਚਰ ਦੇ ਕੰਟਰੋਲ 'ਚ ਆ ਜਾਂਦੀ ਹੈ ਗੱਲ ਵੀ ਆਪਾਂ ਕੁਆਲਿਟੀ ਆ ਦਾਲੀ ਤਾਂ ਫਾਰਮਰ ਤਾਂ ਗੁੱਡ ਪੈਦਾ ਕਰਨਾ ਚਾਹੁੰਦਾ ਪਰ ਨਹੀਂ ਹੋ ਰਹੀ ਤਾਂ ਉਹ ਨੇਚਰ ਦੇ ਨਾਲ ਨਹੀਂ ਹੋ ਰਹੀ, तो फार्मर का कसूर नहीं। वो करके कोई रेट की एडजस्टमेंट करके कंपनियों को साथ फार्मर का देना चाहिए। सहयोग कंपनियों का बहुत जरूरी है फार्मर लिए, मतलब फार्मर जो डेवलप होगा तो कंपनियों के सिर पर हो सकता है। ये मेरी मन की जी इच्छा हैगी है जी। यानी कहने का भाव है भी ग्रेडिंग होनी चाहिए ABCD, मतलब रेट वाइज चलो जे क्वालिटी वधिया नहीं तो वह रेट कोई घट हो गए, फार्मर का खड़ा मतलब पूरी फसल तो छुटना चाहिए। ये है जी। यानी फार्मर ने बड़ी मेहनत नाल फसल पाली लेकिन ਜਦੋਂ ਉਹਨੂੰ ਗ੍ਰੇਡ ਵਾਈਜ਼ ਜਾਂ ਉਹਨੂੰ ਕਹਿ ਦਿੱਤਾ ਜਾਂਦਾ ਤੇਰੀ ਫਸਲ ਰਿਜੈਕਟ ਹੈ ਤਾਂ ਉਹਦਾ ਵੀ ਉਹਨੂੰ ਮੁੱਲ ਮਿਲਣਾ ਚਾਹੀਦਾ ਹੈ। ਹਾਂਜੀ, ਉਹ ਮਤਲਬ ਮੇਨ ਤਾਂ ਆਪਣਾ ਇਹੀ ਹੈ ਨਾ, ਜਿਹੜਾ ਮਤਲਬ ਫਾਰਮਰ ਦਾ ਸਮਾਂ ਉਹਨਾਂ ਲੱਗਿਆ, ਉਹਦੀ ਖੇਚਲ ਉਨੀ ਲੱਗੀ, ਉਹਦੀ ਲੇਬਰ ਉਨੀ ਲੱਗੀ। ਫਾਰਮਰ ਨੂੰ ਤਾਂ ਕੁਆਲਿਟੀ ਕੋਈ ਵੀ ਨਿਕਲੇ, ਫਾਰਮਰ ਨੂੰ ਤਾਂ ਸਾਰਾ ਮਤਲਬ ਸੋਇੰਗ ਤੋਂ ਲੈ ਕੇ ਹਾਰਵੈਸਟਿੰਗ ਤਾਈਂ ਉਨਾ ਹੀ ਮਤਲਬ ਖੇਚਲ ਹੁੰਦੀ ਹੈ। ਤੇ ਜਿਹੜੀ ਕੁਆਲਿਟੀ ਆ ਉਹ ਨੇਚਰ ਨੇ ਡਿਵੈਲਪ ਕਰਨੀ ਆ। ਸਾਡੇ ਨਾਲ ਇਕਬਾਲ ਸਿੰਘ ਕਿਸਾਨ ਨੇ। ਇਕਬਾਲ ਸਿੰਘ ਜੀ, ਹੋਰ ਕੀ ਤੁਸੀਂ ਸਮਝਦੇ ਹੋ ਕਿ ਜਿਹੜਾ ਉਪਜ ਦਾ ਜਦੋਂ ਠੇਕਾ ਹੁੰਦਾ ਹੈ ਜਾਂ ਕੰਪਨੀ ਕਹਿੰਦੀ ਕਿ ਤੁਸੀਂ ਆਹ ਫਸਲ ਬੀਜ ਲਓ ਅਸੀਂ ਚੱਕ ਲਾਂਗੇ, ਕਿਹੜੀਆਂ ਮੁਸ਼ਕਲਾਂ ਆਉਂਦੀਆਂ? ਵੀਰ ਜੀ, ਮੈਂ ਕੁਝ ਸਾਲ ਪਹਿਲੇ ਭਿੰਡੀ ਦੀ ਕੀਤੀ ਸੀਗੀ, ਜਿਹੜਾ ਕਿ ਨੈਸ਼ਨਲ ਹਾਰਟੀਕਲਚਰ ਮਿਸ਼ਨ ਨਾਲ ਕੀਤਾ ਸੀਗਾ। ਉਹਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਇਹ ਸੀਗੀ ਕਿ ਜਦੋਂ ਸਾਨੂੰ ਸੀਡ ਮਿਲਦਾ ਸੀਗਾ ਉਦੋਂ ਬਾਰਿਸ਼ ਸ਼ੁਰੂ ਹੋ ਜਾਂਦੀ ਸੀ। ਬਾਰਿਸ਼ ਸ਼ੁਰੂ ਹੋਣ ਨਾਲ ਉਹਦੀ ਕੁਆਲਿਟੀ ਖਰਾਬ ਹੁੰਦੀ ਸੀ। ਜਦੋਂ ਕੁਆਲਿਟੀ ਖਰਾਬ ਹੁੰਦੀ ਸੀਗੀ ਤਾਂ ਉਹ ਕਹਿੰਦੇ ਸੀ ਅਸੀਂ ਇਹਨੂੰ ਲੈਣਾ ਨਹੀਂ, ਤੁਸੀਂ ਮਾਰਕੀਟ 'ਚ ਦੇ ਲਓ। ਅਸੀਂ ਉਹਨਾਂ ਦੇ ਕਹੇ ਹੋਏ ਰੇਟ 'ਤੇ ਉਹਨੂੰ ਫਿਕਸ ਰੇਟ 'ਤੇ ਪ੍ਰੋਡਕਸ਼ਨ ਕਰਦੇ ਸੀ ਉਹਦੀ, ਪਰ ਉਹਦੇ 'ਚ ਪ੍ਰੋਬਲਮ ਇਹ ਸੀ ਕਿ ਮਾਰਕੀਟ 'ਚ ਰੇਟ ਉਦੋਂ ਅੱਧਾ ਹੁੰਦਾ ਸੀਗਾ ਜੋ ਸਾਨੂੰ ਕਿਹਾ ਜਾਂਦਾ ਸੀਗਾ। ਹੁਣ ਵਾਤਾਵਰਨ 'ਤੇ ਸਾਡਾ ਕੋਈ ਕੰਟਰੋਲ ਨਹੀਂ ਹੈ, ਮੌਸਮ 'ਤੇ ਬੇਮੌਸਮੀ ਬਾਰਿਸ਼ 'ਤੇ ਸਾਡਾ ਕੋਈ ਕੰਟਰੋਲ ਨਹੀਂ ਹੈ। ਸਾਡਾ ਜਿਹੜਾ 6 ਮਹੀਨੇ ਦਾ ਟਾਈਮ ਹੈ ਉਹ ਪੂਰੇ ਦਾ ਪੂਰਾ ਲੱਗ ਗਿਆ ਉਸ ਫਸਲ ਨੂੰ ਪੈਦਾ ਕਰਨ 'ਤੇ। ਫਿਰ ਉਸ ਤੋਂ ਬਾਅਦ ਉਹ ਲੈਂਦੇ ਨਹੀਂ ਸੀਗੇ, ਸਾਡੇ ਕੋਲ ਕੋਈ ਮਾਰਕੀਟ 'ਚ ਗਾਹਕ ਹੈ ਨਹੀਂ ਸੀ ਉਹਦਾ। ਜਦੋਂ ਗਾਹਕ ਨਹੀਂ ਸੀਗਾ ਅਸੀਂ ਉਹਨੂੰ ਅੱਧੇ ਰੇਟਾਂ 'ਚ ਦਿੱਤਾ, ਪਰ ਉਹਦੇ ਹੀ ਸਾਨੂੰ ਇਸ ਗੱਲ ਦੀ ਸ਼ੋਰਟੀ ਚਾਹੀਦੀ ਹੈ ਕਿ ਜਾਂ ਤਾਂ ਸਾਡੇ ਨਾਲ ਪਹਿਲਾਂ ਹੀ ਉਹਦਾ ਕੋਈ ਬੌਂਡ ਕੀਤਾ ਜਾਵੇ ਜਾਂ ਉਹਦਾ ਕੋਈ ਫਸਲ ਦਾ ਇੰਸ਼ੋਰੈਂਸ ਕੀਤਾ ਜਾਵੇ, ਜਿਸ ਇੰਸ਼ੋਰੈਂਸ ਦਾ ਅਸੀਂ ਵਾਜਬ ਜਾਂ ਪ੍ਰੀਮੀਅਮ ਭਰ ਕੇ ਉਹਦੀ ਅਸੀਂ ਸਹੂਲਤ ਪ੍ਰਾਪਤ ਕਰ ਸਕੀਏ। ਤੇ ਜਿਸ ਤਰ੍ਹਾਂ ਬੇਬੀਕੌਰਨ 'ਤੇ ਗੱਲ ਕਰੀਏ ਤਾਂ ਇਹਦੇ 'ਤੇ ਵੀ ਜਿਹੜੀ ਪਿਛਲੇ ਕੁਝ ਸਮੇਂ 'ਚ ਸਾਡੇ ਫਾਰਮਰਸ ਨੇ ਲਾਈ, ਇਹਨਾਂ ਨੇ 50 ਗ੍ਰਾਮ ਦੀ ਉਹਦੀ ਲਿਮਿਟ ਰੱਖੀ ਸੀ, 50 ਗ੍ਰਾਮ ਤੱਕ ਦਾ ਪੀਸ ਲੈਣਾ ਹੈ। ਜਦੋਂ 50 ਗ੍ਰਾਮ ਤੋਂ ਉੱਪਰ ਹੋ ਜਾਂਦਾ ਸੀ, ਜੇ ਮਾਰਕੀਟ 'ਚ ਉਹਦੀ ਘਾਟ ਹੈ ਤਾਂ 100 ਗ੍ਰਾਮ ਤੱਕ ਦਾ ਵੀ ਉਸੇ ਰੇਟ 'ਚ ਲਿਆ ਜਾਂਦਾ ਸੀ। ਜੇ ਮਾਰਕੀਟਿੰਗ 'ਚ ਵੱਧ ਆ ਗਈ ਤਾਂ ਫਿਰ ਉਹਦਾ ਜਿਹੜਾ ਰੇਟ ਆ ਉਹ 50 ਗ੍ਰਾਮ ਦਾ ਵੀ ਉਦੋਂ ਅੱਧਾ ਰਹਿ ਜਾਂਦਾ ਸੀ। ਇਸ ਕਰਕੇ ਅਸੀਂ ਤਾਂ ਇਹ ਚਾਹੁੰਦੇ ਹਾਂ ਕਿ ਜੇ ਕਿਸਾਨੀ ਨੂੰ ਉੱਪਰ ਚੱਕਣਾ ਤੇ ਇਹਦੀਆਂ ਜਿਹੜੀਆਂ ਪਾਲਿਸੀਜ਼ ਆ ਉਹਨਾਂ ਨੂੰ ਸਰਵਾਈਵ ਕੀਤਾ ਜਾਵੇ ਕਿਸ ਹਿਸਾਬ ਨਾਲ। ਇੱਕ ਫਸਲ ਬੀਮਾ ਯੋਜਨਾ ਦੀ ਪੰਜਾਬ ਦੇ ਵਿੱਚ ਕੀ ਸੀਨ ਹੈ? ਅੱਜ ਤੱਕ ਤਾਂ ਕਿਸੇ ਦਾ ਹੋਇਆ ਨਹੀਂ, ਜੇ ਕਿਸੇ ਦਾ ਹੋਇਆ ਤਾਂ ਉਹਨੂੰ ਮਿਲਿਆ ਨਹੀਂ, ਇਹ ਸ਼ੋਰ ਹੈ ਜੀ। ਅੱਜ ਤੱਕ ਮੇਰੀ ਨਿਗਾਹ 'ਚ ਕੋਈ ਨਹੀਂ ਹੈ ਕਿਸੇ ਫਾਰਮਰ ਨੂੰ ਫਸਲ ਬੀਮਾ ਮਿਲਿਆ ਹੋਵੇ। ਤੁਹਾਡੀ ਜਿਹੜਾ ਸੁਝਾਅ ਹੈ, ਜੇ ਤੁਸੀਂ ਫਸਲ ਬੀਮਾ ਯੋਜਨਾ ਲਾਗੂ ਕਰਨੀ ਹੋਵੇ, ਸਰਕਾਰ ਨੇ ਉਹਦੇ 'ਤੇ ਗੌਰ ਕਰਨਾ ਹੋਵੇ, ਤੁਸੀਂ ਗਰਾਊਂਡ 'ਤੇ ਕੀ ਉਹਨੂੰ ਰਾਏ ਦਿਓਗੇ? ਗਰਾਊਂਡ 'ਤੇ ਰਾਏ ਇਹ ਹੈ ਕਿ ਫਾਰਮਰ ਵੀ ਫਸਲ ਬੀਮਾ 'ਚ ਇੰਟਰਸਟਡ ਹੈ, ਪਰ ਜੇਕਰ ਉਹਦਾ ਪ੍ਰੀਮੀਅਮ ਉਹਨੂੰ ਘੱਟ ਲੱਗੇ ਤੇ ਉਹਦੀ ਜਿਹੜੀ ਬੈਨੀਫਿਟ ਉਹਨੂੰ ਵੱਧ ਮਿਲੇ। ਜੇਕਰ ਪ੍ਰੀਮੀਅਮ ਹੀ ਉਸ ਤੋਂ ਵੱਧ ਲੱਗ ਜਾਂਦਾ ਹੈ ਤਾਂ ਫਿਰ ਉਹਨੂੰ ਨਹੀਂ ਕਰਵਾਏਗਾ। ਫਾਰਮਰ ਦੀ ਪਹਿਲਾਂ ਹੀ ਕੰਡੀਸ਼ਨ ਬਹੁਤ ਖਰਾਬ ਹੈ ਜੀ। ਜਿਹੜੀ ਇੱਕ ਸ਼ਰਤ ਹੈ ਵੀ ਜੇ ਸਾਰੇ ਪਿੰਡ ਦੀ ਫਸਲ 100% ਤਬਾਹ ਹੁੰਦੀ ਹੈ ਤਾਂ ਤੁਹਾਨੂੰ ਮੁਆਵਜ਼ਾ ਮਿਲੂਗਾ,
ਜੇ 75% ਕਈ ਵਾਰੀ ਹੁੰਦਾ ਵੀ ਇੱਕ ਪਾਸਾ ਪਿੰਡ ਦੇ ਵਿੱਚ ਜਾਂ ਵੱਟ ਤੋਂ ਵੱਟ ਵੀ ਕਈ ਵਾਰੀ ਮੀਂਹ ਪੈ ਜਾਂਦਾ ਜਾਂ ਛੱਡ ਜਾਂਦਾ ਹੈ, ਉਹਦੇ 'ਚ ਜਿਹੜੀ ਇਹ ਘੁੰਡੀ ਹੈਗੀ ਹੈ ਇਹ ਕਿੰਨੀ ਕੁ ਜਾਇਜ਼ ਹੈ? ਇਹ ਕੁੰਡੀ ਤਾਂ ਠੀਕ ਹੈ ਜੀ, ਪਰ ਉਹਦੇ 'ਚ ਅਸਲੀ ਗੱਲ ਇਹ ਹੈ ਕਿ ਇੱਕ ਬੰਦੇ ਦੀ ਫਸਲ ਪੂਰੀ ਦੀ ਪੂਰੀ ਖੜੀ ਹੁੰਦੀ ਹੈ, ਉਹਨੂੰ ਫਿਰ ਵੀ ਉਹਦਾ ਮੁਆਵਜ਼ਾ ਮਿਲ ਜਾਂਦਾ ਹੈ। ਇੱਕ ਦੀ ਬਿਲਕੁਲ 100% ਡੈਮੇਜ ਹੁੰਦੀ ਹੈ, ਉਹਨੂੰ ਨਹੀਂ ਮਿਲਦਾ ਗਈ। ਇਹ ਸਭ ਤੋਂ ਵੱਡਾ ਪ੍ਰੋਬਲਮ ਹੈ ਜੀ ਸਾਡੇ ਇੱਥੇ। ਜਿਹੜਾ ਮੁਆਵਜ਼ਾ ਲੈਣ ਦੇ ਵਿੱਚ ਵੀ ਕੋਈ ਲੂਪਹੋਲ ਹੈਗੇ ਨੇ? ਬਿਲਕੁਲ ਹੈਗੇ ਨੇ ਜੀ। ਉਹਦੇ 'ਚ ਇਹ ਹੈ ਕਿ ਜਿਹਨੇ ਗਰਦੌਰੀ ਟਾਈਮ ਪਟਵਾਰੀ ਨੂੰ ਆਫਰ ਕਰਤਾ ਵੀ ਮੈਂ ਤੁਹਾਨੂੰ ਇੰਨੇ % ਦਿਆਂਗਾ, ਤਾਂ ਉਹਦਾ ਉਹ 100% 'ਚ ਪੈ ਜਾਂਦਾ ਹੈ। ਜਿਹਨੇ ਕਹਿਤਾ ਵੀ ਮੈਂ ਨਹੀਂ ਦੇਣਾ ਕੁਝ, ਮੇਰੀ ਫਸਲ ਖਰਾਬ ਹੋਈ ਹੈ, ਉਹਨੂੰ ਕੱਖ ਵੀ ਨਹੀਂ ਮਿਲਣਾ ਜੀ। ਇਹਦਾ ਸੋਲੂਸ਼ਨ ਹੱਲ ਕੀ ਹੈ? ਸੋਲੂਸ਼ਨ ਤਾਂ ਅਖੀਰ ਉੱਥੇ ਹੀ ਹੈ ਜੀ। ਸਾਡਾ ਸਿਸਟਮ ਹੀ ਇਦਾਂ ਦਾ ਹੋਇਆ ਪਿਆ, ਨਾ ਕੋਈ ਸਰਕਾਰ ਇਹਦੇ ਤੇ ਕਾਰਵਾਈ ਕਰਨਾ ਚਾਹੁੰਦੀ ਹੈ ਤੇ ਨਾ ਕੋਈ ਆਫੀਸਰ। ਇਹ ਡੀਸੀ ਲੈਵਲ ਤੋਂ ਲੈ ਕੇ ਐਸਡੀਐਮ ਤਹਿਸੀਲਦਾਰ ਤੱਕ ਇਹ ਸਾਰੇ ਜਣੇ ਜਾ ਕੇ ਫਿਰ ਉਹਦੀ ਵੀਡੀਓਗ੍ਰਾਫੀ ਨਾਲ ਗਿਰਦਾਵਰੀ ਕਰਨ, ਜਿਹਦੇ 'ਚ ਕਿ ਪਾਰਸ਼ਲਿਟੀ ਨਾ ਕੋਈ ਹੋ ਸਕੇ। ਉਹ ਸਭ ਤੋਂ ਜ਼ਰੂਰੀ ਹੈ ਜੀ। ਸਾਡੇ ਨਾਲ ਨੇ ਸਰਦਾਰ ਰਜਿੰਦਰ ਸਿੰਘ ਜੀ। ਕੰਟਰੈਕਟ ਫਾਰਮਿੰਗ ਜਿਹੜੀ ਠੇਕੇ ਆਧਾਰਿਤ ਫਸਲ ਕੰਪਨੀਆਂ ਬਿਜਵਾ ਲੈਂਦੀਆਂ ਤੇ ਬਾਅਦ 'ਚ ਕਹਿੰਦੀਆਂ ਕਿ ਅਸੀਂ ਤੁਹਾਨੂੰ ਆਹ ਰੇਟ ਦੇਵਾਂਗੇ, ਉਹਦੇ 'ਚ ਕਿਸਾਨ ਦੇ ਪੱਖ ਦੇ ਤੋਂ ਕਿਹੜੀਆਂ ਕਮੀਆਂ ਤੇ ਕਿਹੜੀਆਂ ਚੰਗੀਆਂ ਚੀਜ਼ਾਂ? ਚੰਗੀਆਂ ਚੀਜ਼ਾਂ ਤਾਂ ਇਹ ਹੈ ਵੀ ਲੋਕਾਂ ਨੂੰ ਨਵਾਂ ਰੁਝਾਨ ਇਹਦਾ ਮਿਲੇਗਾ ਕੰਟਰੈਕਟ ਫਾਰਮਿੰਗ ਦਾ, ਪਰ ਹਜੇ ਤੱਕ ਸਾਡੇ ਇਲਾਕੇ 'ਚ ਜ਼ਿਆਦਾ ਸਫਲ ਨਹੀਂ ਹੋ ਸਕਿਆ ਕੰਟਰੈਕਟ ਫਾਰਮਿੰਗ ਵਾਲਾ। ਇਹ ਸਾਡੇ ਇੱਥੇ ਮੈਗਾ ਫੂਡ ਪਾਰਕ ਵੀ ਬਣਿਆ, ਉਹਨਾਂ ਨੇ ਵੀ ਕੰਟਰੈਕਟ ਫਾਰਮਿੰਗ ਤੇ ਪਿਛਲੇ ਸਾਲਾਂ 'ਚ ਮਟਰ ਦੀ ਖੇਤੀ ਕਰਾਈ, ਪਰ ਉਹਨਾਂ ਨੇ ਜਦੋਂ ਅਖੀਰ ਤੇ ਖਰੀਦਣ ਦਾ ਟਾਈਮ ਆਇਆ ਤਾਂ ਉਹਦੇ 'ਚੋਂ 40% ਫਸਲ ਹੀ ਖਰੀਦੀ, 60% ਫਸਲ ਉਹਨਾਂ ਨੇ ਖਰੀਦਣ ਤੋਂ ਇਨਕਾਰ ਕਰਤਾ। ਉਹਨਾਂ ਨੇ ਗ੍ਰੇਡਿੰਗ ਕੀਤੀ, ਗ੍ਰੇਡਿੰਗ ਕਰਕੇ 60% ਫਸਲ ਬਾਹਰ ਕੱਢਤੀ ਤੇ ਉਹਨਾਂ ਨੇ ਖਰੀਦੀ ਨਹੀਂ, 40% ਹੀ ਖਰੀਦੀ। ਫਾਰਮਰ ਨੇ ਪੈਦਾ ਕਰਤੀ ਤਾਂ ਬਾਕੀ ਦੀ 60% ਜਦੋਂ ਬਾਜ਼ਾਰ ਚਲੇ ਗਿਆ ਉਦੋਂ ਉਹਨੂੰ ਉੱਥੇ ਕੋਈ ਮੁੱਲ ਨਹੀਂ ਮਿਲਿਆਗਾ। ਇਸ ਕਰਕੇ ਇਸ ਤਰ੍ਹਾਂ ਦੇ ਕਾਫੀ ਇਹਦੇ ਮਾੜੇ ਵੀ ਪ੍ਰਭਾਵ ਵੀ ਪੈ ਰਹੇ ਹੈ ਤੇ ਸਰਕਾਰਾਂ ਨੂੰ ਵੀ ਚਾਹੀਦਾ ਕੋਈ ਜੋ ਵੀ ਜਦੋਂ ਇਹਨਾਂ ਦਾ ਐਗਰੀਮੈਂਟ ਹੁੰਦਾ ਆਪਣਾ, ਉਹ ਐਗਰੀਮੈਂਟ ਕੋਈ ਵਧੀਆ ਤਰੀਕੇ ਨਾਲ ਕਰਵਾਇਆ ਜਾਵੇ, ਜਿਵੇਂ ਸਾਰੀ ਫਸਲ ਚੱਕੀ ਜਾਵੇ। ਸਾਰੀ ਫਸਲ ਨਹੀਂ ਚੱਕਦੇ, ਜੇ ਮਾਰਕੀਟ 'ਚ ਜ਼ਿਆਦਾ ਫਸਲ ਪੈਦਾ ਹੋ ਜਾਂਦੀ ਹੈ ਤਾਂ ਉਹ ਫਸਲ ਖਰੀਦਣ ਤੋਂ ਇਨਕਾਰ ਕਰ ਦਿੰਦੇ ਹੈ। ਇਹ ਜ਼ਿਆਦਾ ਦਿੱਕਤ ਆ ਰਹੀ ਹੈ, ਹਰ ਫਸਲ 'ਚ ਹੀ ਆ ਰਹੀ ਹੈ। ਇਸ ਏਰੀਏ 'ਚ ਕਾਫੀ ਫਸਲਾਂ ਜਿਹੜੀਆਂ ਕੰਟਰੈਕਟ ਫਾਰਮਿੰਗ ਤੇ ਗੋਭੀ ਦਾ ਬੀ ਪੈਦਾ ਹੋ ਰਿਹਾ ਹੈ, ਕੋਈ ਇੱਥੇ ਸਾਡੇ ਰਾਜਸਥਾਨ ਤੋਂ ਪੈਦਾ ਕਰਵਾ ਰਹੇ ਨੇ, ਪਰ ਇਹ ਦਿੱਕਤਾਂ ਆ ਰਹੀਆਂ ਜੀ। ਇਹ ਮੇਰੇ ਕੋਲ 2 ਫਸਲਾਂ ਨੇ, ਮਿਰਚ ਔਰ ਬੇਬੀ ਕਾਰਨ। ਇਹ ਸਾਡੇ ਕੋਲੇ ਕੰਪਨੀ ਦੇ ਕੁਝ ਅਧਿਕਾਰੀ ਨੇ ਫੀਲਡ ਫਰੈਸ਼ ਦੇ, ਭੁਪਿੰਦਰ ਜੀ, ਜਵੇਸ਼ ਜੀ। ਇਹ ਕੰਟਰੈਕਟ ਫਾਰਮਿੰਗ ਕਰਾਉਂਦੇ ਨੇ, ਕਿਸਾਨਾਂ ਨੂੰ ਦੱਸਦੇ ਨੇ ਕਿ ਤੁਸੀਂ ਇਹ ਫਸਲਾਂ ਬੀਜੋਗੇ ਤਾਂ ਅਸੀਂ ਤੁਹਾਡੇ ਖੇਤ ਤੋਂ ਇਹ ਫਸਲ ਚੱਕ ਲਵਾਂਗੇ। इस तरह ही है जी जैसे ही है। हम लोग फार्मर्स को पहले अपने क्रॉप के बारे में पूरी ट्रेनिंग देते हैं कि कैसे क्या करना है, और उसके बाद हम फार्मर्स को फील्ड पे भी जाते रहते हैं। हर स्टेज पे हम उनकी मॉनिटरिंग करते रहते हैं कि किस स्टेज पर क्या करना है। बाकी इसमें जी एक्चुअल में क्या है, टोटल हमें फार्मर को सर्विस प्रोवाइड करते हैं। एक तो इसमें हम शुरू में ही स्टार्टिंग में सीड देते हैं जी फार्मर को, और उसे जितनी भी एक्टिविटी है वो हमारी जो भी एक्सपोर्ट के लिए रिक्वायरमेंट है वो सारी फुलफिल कराते हैं। जैसे अपना केमिकल कौन कौन से बरत रहे हैं, किसका कितना PHI है, पोस्ट हार्वेस्टिंग इंटरवल कितना देर तक वो उसे हार्वेस्ट नहीं करेंगे। उसके बाद ये है कि इसकी हमारी 100% गारंटी है बाई बैक खरीद की। हमारे यहाँ पे से कभी भी कोई गाड़ी वापस नहीं जाती है। सबसे बढ़िया चीज़ हमने फार्मर के लिए ये की हुई है, उसे कुछ ना कुछ ऐसा जो उसकी कॉस्ट ऑफ कल्टीवेशन लग गई है, यदि माल रिजेक्ट भी है तो वो प्राइस हम कम से कम प्रोवाइड करते हैं फार्मर को जी। ਭੁਪਿੰਦਰ ਜੀ, ਮੈਂ ਇੱਥੇ ਆਉਣਾ ਚਾਹੁੰਦਾ ਸੀਗਾ। ਕਿਸਾਨ ਕਹਿੰਦੇ ਆ ਕਿ ਅਸੀਂ ਤੁਹਾਡੇ ਨਾਲ ਐਗਰੀ ਆ, ਤੁਹਾਡੇ ਨਾਲ ਸਹਿਮਤ ਆ, ਤੁਸੀਂ ਜਿਹੜੀ ਫਸਲ ਕਹਿੰਦੇ ਹੋ ਬੀਜ ਲੈਂਦੇ ਆ, ਲੇਕਿਨ ਉਹਦੇ 'ਚ ਗ੍ਰੇਡਿੰਗ ਜਦੋਂ ਹੁੰਦੀ ਹੈ A ਗ੍ਰੇਡ ਲੈ ਲੈਂਦੇ ਹੋ, BCD ਗ੍ਰੇਡ ਕਿਸਾਨ ਕਿੱਥੇ ਜਾ ਕੇ ਵੇਚੇ, ਉਹਨੂੰ ਤੁਸੀਂ ਬਿਲਕੁਲ ਵੀ ਨਾਮਾਤਰ ਭਾਅ ਹੀ ਨਹੀਂ ਲੈਂਦੇ। ਇਹਦਾ हल की है? नहीं जी, हमारे यहाँ से कोई भी कभी गाड़ी कोई वापस नहीं जाती। उसे हम क्या करते हैं कि जो हमारी क्वालिटी एक्सपोर्ट के लिए नहीं है तो उसे हम क्या करते हैं कि अपना फ्रोज़न में जो यूज़ हो सकता है, काट के पीट के जो भी है, उसके हम 100 फार्मर को 100% प्राइस देने की कोशिश करते हैं। हमारे यहाँ से कोई भी कभी कोई गाड़ी वापस नहीं जाती इस मामले में। पेमेंट जो अदायगी है किसान को उस किस तरह का माहौल है इसका जी? हमारा जो है हमारा पेमेंट सिस्टम बहुत ही बढ़िया है जी। हर वीक पेमेंट होता है, वीकली पेमेंट होता है, हर थर्सडे को हमारा पेमेंट रिलीज़ होता है जी। ਭੁਪਿੰਦਰ ਜੀ, ਜਿਹੜਾ ਕਿਸਾਨ ਇਹ ਫਸਲ ਬੀਜਦਾ ਹੈ ਇਹਦੇ 'ਚ ਕਿਹੜੀਆਂ ਫਸਲਾਂ ਤੁਸੀਂ ਬਜਵਾਉਂਦੇ ਹੋ? इसका जी हमें देखो जी, ये बेबी कॉर्न है हमारा, ये हमारी काफ़ी मतलब हम करीबन 14 साल से यहाँ पे पंजाब में ग्रो करा रहे हैं। इस समय हम करीबन लगभग मोटा 3 से लेकर 3.5 हज़ार किला बिजाई कराते हैं पूरे साल में।
अपनी जो बिजाई है 15 फरवरी करीबन हमारी 28 जनवरी से बिजाई चालू होके और हम 5 अक्टूबर तक कंटिन्यू बिजाई कराते हैं बिना किसी ब्रेक के जी। और इसमें हम हर महीने 400 किले बिजाई कराते हैं जी पंजाब में कॉन्टैक्ट पे, और पूरे ऑल ओवर इंडिया हमारी करीबन 10,000 किले हम बिजाई कराते हैं जी इसकी। सिर्फ 2 फसलों? हाँ जी, बेबी कॉर्न नहीं, खाली बेबी कॉर्न ही जी। इसके अलावा हम मिर्ची की बिजाई कराते हैं। इसकी हमें एक्चुअल क्या है कि जी देखो, आपने देखा होगा कि मंडी में जब जाती है मिर्ची तो वो क्या होता है 5 रुपये किलो बिकने लगती है जी। हमारे यहाँ मिनिमम रेट जी 15 रुपये से स्टार्ट है और ऊपर हमारा 23 रुपये तक जाता है। इससे क्या है कि फार्मर को एक तो खाली मार्केटिंग की चिंता नहीं रहती है, एक 100% उसे रेट उसे सेफ रहता है, इसीलिए उसमें कोई परेशानी नहीं होती उसे। और हमारा ये है केमिकल का जो देखभाल है, शेड्यूल है, वो बहुत अच्छा रहता है। जैसे कि उसमें वायरस की प्रॉब्लम है, बोरर की प्रॉब्लम, ये इससे निजात मिल जाती है उसे। ਇਹਨਾਂ ਫਸਲਾਂ ਦਾ ਜਿਹੜਾ ਬੀਜ ਹੈਗਾ ਉਹ ਇੱਕ ਪ੍ਰਸਿੱਧ ਕੰਪਨੀ ਸਿਜੰਟਾ ਉਪਲਬਧ ਕਰਾਉਂਦੀ ਹੈ। ਸਾਡੇ ਨਾਲ ਨੇ ਡਾਕਟਰ ਮਾਲਵਿੰਦਰ ਸਿੰਘ ਸਿਜੰਟਾ ਦੇ। ਮੱਲੀ ਸਾਹਿਬ, ਕੀ ਕਹਿਣਾ ਚਾਹੋਗੇ? ਕੰਟਰੈਕਟ ਫਾਰਮਿੰਗ ਦੇ ਕੀ ਫਾਇਦੇ ਨੇ, ਕੀ ਨੁਕਸਾਨ ਨੇ? ਮੈਂ ਤਾਂ ਕੰਟਰੈਕਟ ਫਾਰਮਿੰਗ ਵੇਲੇ ਵੈਸੇ ਕਾਮਯਾਬ ਹੋਏ ਤਾਂ ਬਹੁਤ ਹੀ ਵਧੀਆ। ਵੈਸੇ ਮੈਂ ਮੈਰਿਜ ਵਾਂਗੂ ਸਮਝਦਾ ਵੀ ਜੇ ਤਾਂ ਸਕਸੈਸਫੁਲ ਹੈ, ਡਿਵੋਰਸ ਨਹੀਂ ਹੋਣੇ ਚਾਹੀਦੇ। ਜ਼ਿਆਦਾ ਡਿਵੋਰਸ ਹੁੰਦੇ ਦੇਖਿਆ, ਬੜਾ ਦੁੱਖ ਹੁੰਦਾ ਜਦੋਂ ਇਹੋ ਜਿਹਾ ਹੁੰਦਾ। ਬਾਕੀ ਇਹ ਵੀ ਫੀਲਡ ਫਰੈਸ਼ ਬਹੁਤ ਸਾਲਾਂ ਤੋਂ ਫਾਰਮਰ ਨਾਲ ਲੱਗੀ ਹੋਈ ਹੈ, ਕਿਉਂਕਿ ਮੈਂ ਬਹੁਤ ਕਲੋਜ਼ ਕਈ ਫਾਰਮਰਸ ਕੋ ਜਾਣਾ। ਬੜਾ ਅੱਛਾ ਲੱਗਦਾ ਜਦੋਂ ਬੰਦਿਆਂ ਨੂੰ ਪੇਮੈਂਟ ਅੱਛੀ ਮਿਲਦੀ ਹੈ ਜਾਂ ਉਹਨਾਂ ਨੂੰ ਫੋਰਡਰ ਦੇ ਬਾਰੇ ਵੀ, ਕਿਉਂਕਿ ਟੀਮ ਅੱਛਾ ਕੰਮ ਕਰੀ ਤਾਂ ਅੱਛਾ ਲੱਗਦਾ। ਕਿਉਂਕਿ ਬਹੁਤ ਸਾਰੇ ਮੈਂ ਕੰਟਰੈਕਟ ਫੇਲ ਹੁੰਦੇ ਦੇਖਿਆ, ਦੁੱਖ ਹੁੰਦਾ। ਪਰ ਅੱਛਾ ਜੇ ਸਕਸੈਸ ਹੈ, ਜ਼ਿਮੀਦਾਰ ਨੂੰ ਅੱਛਾ ਪੈਸਾ ਮਿਲ ਜਾਏ। ਹਾਂ, ਅਸੀਂ ਸੀਡ ਇਹਨਾਂ ਨੂੰ ਪ੍ਰੋਵਾਈਡ ਕਰਨੇ ਫੀਲਡ ਫਰੈਸ਼ ਨੂੰ 5417 54, ਮਤਲਬ 2-3 ਵੈਰਾਈਟੀਆਂ ਜਿਹੜੀਆਂ ਅਸੀਂ ਥਾਈਲੈਂਡ ਤੋਂ ਮੰਗਾਉਂਦੇ ਹਾਂ। ਹੁਣ ਐਤਕੀ PAU ਨੇ ਐਮੀਸਟਰ ਟੌਪ ਵੀ ਰਿਕਮੈਂਡ ਕੀਤੀ ਹੈ, ਜਿਹੜੀ ਬਿਮਾਰੀ ਆਉਂਦੀ ਹੈ। ਬਹੁਤ ਵਧੀਆ ਲੱਗਿਆ ਜਦੋਂ PAU ਵੀ ਇਹੋ ਜਿਹੇ ਕੰਮ, ਕਿਉਂਕਿ ਬਿਮਾਰੀ ਵੀ ਆ ਜਾਏ, ਕੀੜਾ ਆ ਜਾਏ ਤਾਂ ਉਹਨੂੰ ਵੀ ਕੰਟਰੋਲ ਕਰਨ ਲਈ ਕੋਈ ਦਵਾਈਆਂ ਚਾਹੀਦੀਆਂ। ਸਾਡੇ ਨਾਲ ਟੀਮ ਲੱਗੀ ਹੁੰਦੀ, ਕਿਉਂਕਿ ਇਹਨਾਂ ਦੇ ਫਾਰਮਰ ਐਟਲੀਸਟ ਉਹ ਬਹੁਤ ਸਾਰੇ ਫਾਰਮਰ ਸੰਜੈਂਟਾ ਨਾਲ ਜੁੜੇ ਹੋਏ ਆ। ਬੜਾ ਅੱਛਾ ਲੱਗਦਾ। ਔਰ ਮੈਨੂੰ ਇਹ ਹੈ ਵੀ ਫਾਰਮਰ ਨੂੰ ਬੈਨੀਫਿਟ ਮਿਲੇ, ਕੋਈ ਚੰਗਾ ਉਹਦੇ ਘਰ ਪੈਸੇ, ਕਿਉਂਕਿ ਇਸ ਟਾਈਮ ਜਿਹੜਾ ਫਾਰਮਰ ਦਾ ਸੋਚਦਾ ਉਹਨੂੰ ਮੈਂ ਇਹ ਕੰਪਨੀ ਨੂੰ ਸਭ ਤੋਂ ਵੱਡਾ ਮੈਂ ਮੰਨਦਾ। ਚਾਹੇ ਉਹ ਕੋਈ ਵੀ ਹੋਵੇ, ਚਾਹੇ ਉਹ ਸੀਡ ਦੀ ਕੰਪਨੀ ਹੈ, ਚਾਹੇ ਉਹ ਪੈਸਟੀਸਾਈਡ ਵਾਲੀ ਕੰਪਨੀ ਹੈ, ਫਾਰਮਰ ਦੇ ਬਾਰੇ ਸੋਚਣਾ ਚਾਹੀਦਾ, ਇਹੀ ਹੈ। ਔਰ ਮੈਂ ਤੁਹਾਨੂੰ ਪਤਾ ਹੀ ਹੈ, ਪਿਛਲੀ ਵਾਰੀ ਇਕੱਲਾ ਐਜ਼ ਏ ਫਾਰਮਰ ਨੋਮੀਨੇਟ ਹੋਇਆ ਸੀ ਵਰਲਡ ਫੂਡ ਪ੍ਰਾਈਜ਼ ਲਈ। ਮੈਂ USA ਗਿਆ ਸੀ, ਉੱਥੇ ਵੀ ਮੈਂ ਇਹੀ ਕਹਿ ਕੇ ਆਇਆ ਸੀ ਵੀ ਫਾਰਮਰ ਨੂੰ ਦੇ ਬਾਰੇ ਸੋਚਣਾ ਚਾਹੀਦਾ, ਕਿਉਂਕਿ ਸਾਡਾ ਗਲੋਬਲ ਫਾਰਮਰ ਨੈਟਵਰਕ ਬਣਿਆ ਹੋਇਆ, ਜਿਹਦੇ ਨਾਲ ਅਸੀਂ ਬਹੁਤ ਸਾਰੇ ਜ਼ਿਮੀਂਦਾਰ ਸਾਡੇ ਨਾਲ ਜੁੜੇ ਨੇ ਔਰ ਉਹਦੇ 'ਚ ਵਰਲਡ ਦੇ ਫਾਰਮਰ ਜੁੜੇ ਆ। ਬੜਾ ਅੱਛਾ ਲੱਗਦਾ ਜਦੋਂ ਬਾਹਰਲੇ ਦੇਸ਼, ਸਾਊਥ ਏਸ਼ੀਆ ਰਿਪਰੈਜ਼ੈਂਟ ਕੀਤਾ ਮੈਂ। ਬੜਾ ਅੱਛਾ ਲੱਗਿਆ ਜਾ ਕੇ ਉੱਥੇ ਆਪਣੇ ਇੰਡੀਆ ਬਾਰੇ ਦੱਸਿਆ, ਪੰਜਾਬ ਬਾਰੇ, ਸਪੈਸ਼ਲੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਬਾਰੇ ਦੱਸਿਆ। ਔਰ ਮੈਨੂੰ ਉੱਥੇ ਵੀ ਕੰਟਰੈਕਟ ਫਾਰਮਿੰਗ ਬਾਰੇ ਪੁੱਛਿਆ। ਠੀਕ ਹੈ, ਉੱਥੇ GMO ਜਿਵੇਂ ਹੁਣ BT ਕਾਟਨ ਹੈ, ਉਹ ਉੱਥੇ ਠੀਕ ਹੈ, ਉੱਥੇ ਜ਼ਿਆਦਾ ਹੈ। ਲੇਕਿਨ ਇੰਡੀਆ ਵਿੱਚ ਵੀ ਕੋਸ਼ਿਸ਼ ਹੁੰਦੀ ਹੈ ਵੀ ਚਲੋ ਜੇ ਬੈਨੀਫਿਟ ਜ਼ਿਮੀਦਾਰ ਦੇ ਮਿਲਦੇ ਆ ਤਾਂ ਉਹਨਾਂ ਨੂੰ ਕੋਈ ਚੰਗੀਆਂ ਚੀਜ਼ਾਂ ਆਉਣੀ, ਚੰਗੇ ਸੀਡ ਮਿਲਣੇ ਚਾਹੀਦੇ ਆ, ਚੰਗੀਆਂ ਚੀਜ਼ਾਂ। ਬਾਕੀ ਇਹ ਵੀ ਮੈਂ ਇੱਕੋ ਹੀ ਕਹੂੰਗਾ ਵੀ ਰਿਕਮੈਂਡੇਸ਼ਨ ਜਿਹੜੀ PAU ਦੀ ਹੈ ਉਹ ਬਹੁਤ ਇੰਪੋਰਟੈਂਟ ਹੈ। ਉਹ ਰਿਕਮੈਂਡੇਸ਼ਨ ਦੇ ਹਿਸਾਬ ਨਾਲ ਚੱਲਣਾ ਚਾਹੀਦਾ। ਬਿੱਲ ਵੀ ਜਿਹੜੇ ਅੱਜ ਕੱਲ੍ਹ ਤੁਸੀਂ ਡੁਪਲੀਕੇਸੀ ਤੋਂ ਡਰੋ, ਕਿਉਂਕਿ ਅੱਜ ਕੱਲ੍ਹ ਦਵਾਈਆਂ ਜਿਹੜੀਆਂ ਪੈਸਟੀਸਾਈਡ ਬਹੁਤ ਡੁਪਲੀਕੇਸੀ ਦਾ। ਪੰਨੂ ਸਾਹਿਬ ਬਹੁਤ ਵਧੀਆ, ਕਾਹਨ ਸਿੰਘ ਪੰਨੂ ਬਹੁਤ ਵਧੀਆ ਕੰਮ ਕਰ ਰਹੇ ਨੇ। ਇੱਕ ਤਾਂ ਡੁਪਲੀਕੇਸੀ ਵਾਲੀਆਂ ਦਵਾਈਆਂ ਉਹ ਨਾ ਹੋਏ। ਇੱਕ ਪੰਨੂ ਸਾਹਿਬ ਬਾਸਮਤੀ ਦੇ ਮੈਨੂੰ ਮੈਂ ਹੁਣ ਪਿੱਛੇ ਮੀਟਿੰਗ ਕਰਕੇ ਆਇਆ, ਉਹ ਰੈਜ਼ੀਡਿਊ ਦੀ ਗੱਲ ਕਰ ਰਿਹਾ, ਉਹ ਵੀ ਬਹੁਤ ਵਧੀਆ। ਜਿਹੜਾ ਜੇ ਉਹੋ ਜਿਹਾ ਕੰਮ ਹੋਣ ਜਾ ਅਗਲੇ ਬਾਹਰ ਜਾ ਕੇ ਐਕਸਪੋਰਟ, ਜਿਵੇਂ ਹੁਣ ਇਹ ਬਾਹਰ ਭੇਜਦੇ ਨੇ ਬੇਬੀ ਕੌਰਨ, ਇੱਦਾਂ ਹੀ ਬਾਸਮਤੀ ਆਪਣੀ ਰਿਜੈਕਟ ਨਾ ਹੋਵੇ। ਅਤੇ ਇਸ ਤੋਂ ਵਧੀਆ ਕਿ ਰੇਟ ਚੰਗੇ ਆ। ਹੁਣ ਰੇਟ ਬਾਸਮਤੀ ਦੇ ਬਹੁਤ ਅੱਛੇ ਆ, ਰੇਟ ਚੰਗੇ ਮਿਲਣ ਲੱਗ ਜਾਣ ਤਾਂ ਜ਼ਿਮੀਂਦਾਰ ਦਾ ਭਲਾ। ਹਾਂਜੀ ਡਾਕਟਰ ਸਾਹਿਬ, ਮੈਂ ਗੱਲ ਕਰ ਰਿਹਾ ਸੀ ਕਿਸਾਨਾਂ ਨਾਲ ਵੀ। ਕਿਸਾਨ ਕਹਿੰਦੇ ਆ ਕਿ ਕੰਟਰੈਕਟ ਫਾਰਮਿੰਗ 'ਚ ਅਸੀਂ ਉਹਨੂੰ ਤਿਆਰ ਹਾਂ, ਲੇਕਿਨ ਕਈ ਵਾਰੀ ਹੁੰਦਾ ਵੀ ਕੰਪਨੀ A ਗ੍ਰੇਡ ਫਸਲ ਲੈ ਲੈਂਦੀ ਹੈ, BCD ਦਾ ਰੇਟ ਨਹੀਂ ਦਿੰਦੀ, ਉਹ ਵੇਚਣ ਲਈ ਮਾਰਕੀਟਿੰਗ ਕਿਸਾਨ ਖੁਦ ਨਹੀਂ ਕਰ ਸਕਦਾ। ਇਹ ਦਿੱਕਤ ਹੈ, ਇਹ ਕਿਵੇਂ ਹੱਲ ਹੋ ਸਕਦੀ ਹੈ? ਮੈਂ ਇਹਦੇ ਬਾਰੇ ਇਹੀ ਕਹਿ ਸਕਦਾ ਵੀ ਜਿਹੜੀ ਤਾਂ ਠੀਕ ਹੈ A ਕੈਟੇਗਰੀ, B C ਦਾ ਵੀ ਕੈਟੇਗਰੀ ਦਾ ਖਿਆਲ ਰੱਖਣਾ, ਕਿਉਂਕਿ ਜ਼ਿਮੀਂਦਾਰ ਦਾ ਕੋਈ ਫਾਲਟ ਨਹੀਂ। ਜ਼ਿਮੀਂਦਾਰ ਨੂੰ ਜਾਂ ਤਾਂ ਪੂਰੀ ਐਕਸਟੈਂਸ਼ਨ ਸਰਵਿਸ ਦਿਓ, ਉਹਨੂੰ ਪਤਾ ਹੋਣਾ ਵੀ ਇਹ ਸਾਈਜ਼ ਇਹ ਜਿਹੜਾ ਹੈਗਾ ਵੀ ਇਹੀ ਸਾਈਜ਼ ਅਸੀਂ ਕਰਨਾ। ਜਿਹੜੀ B C ਵਾਲੀਆਂ ਚੀਜ਼ਾਂ ਹੁੰਦੀਆਂ ਨਾ, ਕਈ ਵਾਰੀ ਉਹਦੇ ਨਾਲ ਕਈ ਵਾਰੀ ਲਾਸ ਹੁੰਦਾ। ਤਾਂ ਮੇਰਾ ਇਹੀ ਹੈ ਵੀ ਇੱਕ ਤਾਂ ਜੇ ਉਹਨੂੰ ਐਕਸਟੈਂਸ਼ਨ ਮੈਂ ਹਰ A ਹੀ ਨਿਕਲੇ, ਜੇ ਵੈਰਾਈਟੀ ਟੌਪ ਦੀ ਨਿਕਲੇ। ਈਵਨ ਅਸੀਂ ਜੇ ਦਾਵਤ ਵਾਲੀ ਕੰਪਨੀ ਨਾਲ ਵੀ ਗੱਲ ਕਰਦੇ ਵੀ ਜੇ ਕੋਈ ਉਹਦਾ ਕੋਈ ਫਾਰਮਰ ਦਾ ਕੋਈ ਫਾਲਟ ਨਹੀਂ ਹੈ, ਅਤੇ ਜ਼ਿਮੀਂਦਾਰ ਨੂੰ ਰੇਟ ਉਹ ਜਿਹੜੇ ਉਹੀ ਮਿਲਣਾ ਚਾਹੀਦਾ ਜਿਹੜਾ A ਕੈਟਾਗਰੀ, ਕਿਉਂਕਿ ਉਹਦੀ ਮਿਹਨਤ, ਉਹਦੀ ਉਹ ਦਿਨ ਰਾਤ ਦੀ ਮਿਹਨਤ ਹੈ। ਅਤੇ ਮਾਰਕੀਟ ਵਿੱਚ ਮੈਂ ਤਾਂ ਇਹੀ ਕਹੂੰਗਾ ਵੀ ਮਾਰਕੀਟ ਸੁੱਟਦੇ ਆ ਲੋਕ, ਵੇਚਣਾ ਚਾਹੀਦਾ, ਵੇਚਿਆ ਜਾਵੇ। ਕੰਟਰੈਕਟ ਫਾਰਮਿੰਗ 'ਚ ਵਿਕਿਆ ਕਰੂਗਾ। ਆਉਣ ਵਾਲਾ ਸਮਾਂ ਇਹੀ ਹੈ, ਵਿਕਣਾ ਚਾਹੀਦਾ, ਨਾ ਕਿ ਮਾਲ ਮੰਡੀ ਵਿੱਚ। ਜਿਵੇਂ ਕਹਿੰਦਾ ਬਾਪੂ ਮਾਲ ਮੰਡੀ 'ਚ ਗਿਆ ਜੀ, ਝੋਨਾ ਸੁੱਟਣ ਗਿਆ
ਜਾਂ ਕਣਕ, ਇਦਾਂ ਨਹੀਂ ਹੋਣਾ ਚਾਹੀਦਾ। ਬੜਾ ਦੁੱਖ ਹੁੰਦਾ ਜਦੋਂ ਵੇਚਣ ਯਾਰ, ਵੇਚਣਾ ਆਪਾਂ ਬਿਜ਼ਨਸ ਵੇਚੋ, ਮੈਨੂੰ ਇਹੀ ਆ। ਹਾਂਜੀ ਹਾਂਜੀ। ਅਸੀਂ ਰਵਾਇਤੀ ਫਸਲਾਂ ਕਣਕ ਬੀਜ ਲਿਆ, ਝੋਨਾ ਬੀਜ ਲਿਆ, ਨਰਮਾ ਇੱਕ ਜੂਆ ਹੈ। ਉਸ ਤੋਂ ਇਲਾਵਾ ਅਸੀਂ ਜੇ ਇੱਧਰ ਨੂੰ ਮੁੜਦੇ ਹਾਂ ਤਾਂ ਕੀ ਫਿਊਚਰ ਸੀਨ ਕੀ ਦੇਖਦੇ ਹੋ ਪੰਜਾਬ ਦਾ? ਸਰ ਪੰਜਾਬ ਦੇ ਵਿੱਚ ਪਹਿਲੀ ਗੱਲ ਤਾਂ ਜੇ ਅਸੀਂ ਝੋਨੇ ਦੀ ਗੱਲ ਕਰੀਏ ਤਾਂ ਇਸ ਵੇਲੇ ਜਿਹੜੀ ਪਾਣੀ ਦੀ ਪੋਜੀਸ਼ਨ ਹੈਗੀ ਹੈ, ਜੋ ਪਾਣੀ ਨਾਲ ਸੰਬੰਧਿਤ ਜਿੰਨੇ ਵੀ ਡਿਪਾਰਟਮੈਂਟਸ ਜੋ ਭਵਿੱਖਬਾਣੀਆਂ ਕਰ ਰਹੇ ਨੇ ਵੀ 2025 ਤੱਕ ਪੰਜਾਬ ਬੰਜਰ ਹੋ ਸਕਦਾ। ਤੋ ਇੱਕ ਪੰਜਾਬੀ ਹੋਣ ਦੇ ਨਾਤੇ ਸਭ ਤੋਂ ਪਹਿਲੇ ਤਾਂ ਸਾਨੂੰ ਖੁਦ ਇਸ ਚੀਜ਼ ਵੱਲ ਸੋਚਣਾ ਚਾਹੀਦਾ ਵੀ ਹੁਣ ਝੋਨੇ ਵੱਲੋਂ ਹਟ ਕੇ ਸਾਨੂੰ ਉਹਨਾਂ ਫਸਲਾਂ ਵੱਲ ਆਉਣਾ ਚਾਹੀਦਾ ਜਿਹੜੀਆਂ ਫਸਲਾਂ ਪਾਣੀ ਘੱਟ ਖਾਂਦੀਆਂ। ਜਦੋਂ ਅਸੀਂ ਕਿਸਾਨਾਂ ਨੂੰ ਇਹ ਕਹਿੰਦੇ ਆ ਕਿ ਫਸਲੀ ਚੱਕਰ ਨੂੰ ਦੇਖਿਓ, ਕਣਕ ਝੋਨੇ ਦੀ ਬਿਜਾਈ ਛੱਡੋ, ਸਹਾਇਕ ਧੰਦੇ ਅਪਣਾਓ, ਤਾਂ ਉਦੋਂ ਬੀ ਕੀਪਿੰਗ ਯਾਨੀ ਸ਼ਹਿਦ ਦੀਆਂ ਮੱਖੀਆਂ ਪਾਲਣ ਦਾ ਧੰਦਾ ਵੀ ਕਾਫੀ ਪ੍ਰਫੁੱਲਤ ਹੋਇਆ। ਸਾਡੇ ਨਾਲ ਨੇ ਕਾਲੂ ਰਾਮ ਜੀ। ਕਾਲੂ ਰਾਮ ਜੀ, ਕਿੰਨੇ ਤੁਹਾਡੇ ਕੋਲੇ ਬਕਸੇ ਨੇ? ਮੱਖੀਆਂ ਦਾ ਕੰਮ ਕਦੋਂ ਸ਼ੁਰੂ ਕੀਤਾ? ਸਰ ਮੈਂ 2014 ਸ਼ੁਰੂ ਕੀਤਾ ਸੀ ਇਹ ਮੱਖੀਆਂ ਦਾ ਕੰਮ। ਹੁਣ ਮੇਰੇ ਕੋਲ 350 ਕਲੋਨੀਆਂ ਨੇ ਸ਼ਹਿਦ ਦੀਆਂ। ਕੀ ਦਿੱਕਤ ਆ ਰਹੀ ਹੈ ਤੇ ਕੀ ਫਾਇਦਾ ਹੋ ਰਿਹਾ? ਸਰ ਸਾਰਿਆਂ ਤੋਂ ਵੱਡੀ ਜਿਹੜੀ ਦਿੱਕਤ ਹੈ ਉਹ ਸ਼ਹਿਦ ਦਾ ਜਿਹੜਾ ਰੇਟ ਹੈ ਉਹ ਬਹੁਤ ਜ਼ਿਆਦਾ ਡਾਊਨ ਹੈ, ਤੇ ਦੂਜੀ ਮਾਰਕੀਟਿੰਗ ਦੀ ਜਿਹੜੀ ਦਿੱਕਤ ਹੈ ਉਹ ਬਹੁਤ ਵੱਡੀ ਦਿੱਕਤ ਹੈਗੀ ਹੈ। ਮਤਲਬ ਕੰਪਨੀਆਂ ਵਾਲੇ ਲੈ ਜਾਂਦੇ ਆ ਸ਼ਹਿਦ ਤੇ ਪੇਮੈਂਟ ਬੜੀ ਲੇਟ ਆਉਂਦੀ ਹੈ ਬਹੁਤੀ ਵਾਰੀ। ਗੱਲ ਕਰਦੇ ਆ ਕਿ ਕਹਿੰਦੇ ਸੈਂਪਲ ਫੇਲ ਹੋ ਗਿਆ ਜਾਂ ਇਹ ਹੈ ਉਹ ਹੈ। ਅਸੀਂ ਤਾਂ ਵਧੀਆ ਮਤਲਬ ਸ਼ਹਿਦ ਸੀਲਡ ਸ਼ਹਿਦ ਦਿੰਦੇ ਹਾਂ, ਅੱਗੇ ਪਤਾ ਨਹੀਂ ਕਿਆ ਪ੍ਰੋਬਲਮ ਬਣਦੀ ਹੈ। ਬੜੀ ਵੱਡੀ ਸਮੱਸਿਆ ਹੈ ਇਹ, ਖਾਸ ਕਰਕੇ ਜਿਹੜੀ ਆਰਥਿਕ ਮੰਦਵਾੜੇ ਦੀ ਇਸ ਦੌਰ ਦੇ ਵਿੱਚ ਬੀ ਕੀਪਰ ਤਾਂ ਬਿਲਕੁਲ ਮਤਲਬ ਗਰਸਿਆ ਪਿਆ। ਇੱਕ ਸਾਲ ਦੀ ਇਹ ਫਸਲ ਹੈ, ਕਿੰਨੀ ਤੁਸੀਂ ਸ਼ਾਇਦ ਕਿੰਨੇ ਕੁਇੰਟਲ ਤੁਸੀਂ ਆਪਣਾ ਦੇ ਦਿੰਦੇ ਹੋ? ਇਹ ਸਰ ਇੱਥੇ ਮਤਲਬ ਆਪਣੇ ਪੰਜਾਬ ਦਾ ਰਾਜਸਥਾਨ ਦਾ ਮਿਲਾ ਕੇ ਦਸੰਬਰ ਤੋਂ ਲੈ ਕੇ ਅਪ੍ਰੈਲ ਤੱਕ ਦੀ ਇਹ ਫਸਲ ਹੈਗੀ ਹੈ। ਮਾਈਗ੍ਰੇਸ਼ਨ ਕਰਨੀ ਪੈਂਦੀ ਹੈ, ਬਾਹਰ ਲਿਜਾਣਾ ਪੈਂਦਾ, ਪਰ ਮੇਰੇ ਤਜਰਬੇ ਐਵਰੇਜ 22 ਕਿਲੋ ਇੱਕ ਕਲੋਨੀ ਦਾ ਸ਼ਾਇਦ ਅਸੀਂ ਇੱਕ ਸੀਜ਼ਨ ਦਾ ਕੱਢ ਲੈਂਦੇ। ਤੇ ਜਿਹੜੀਆਂ ਕੰਪਨੀਆਂ ਤੁਹਾਡਾ ਸ਼ਾਇਦ ਪ੍ਰੋਸੈਸ ਕਰਕੇ ਅੱਗੇ ਮਹਿੰਗੇ ਭਾਅ 'ਚ ਵੇਚਦੀਆਂ ਹੈ, ਉਹ ਤੁਹਾਨੂੰ ਕਿੰਨਾ ਕੁ ਮੁਨਾਫਾ ਦਿੰਦੀਆਂ? ਸਾਡਾ ਸਰ ਜੀ ਐਤਕੀ 85 ਰੁਪਏ ਪਰ ਕੇਜੀ ਦਾ ਰੇਟ ਹੈ, ਔਰ ਸਰੋਂ ਦਾ ਤਾਂ 65 ਤੋਂ 70 ਰੁਪਏ ਤਾਂ ਹੀ ਰਿਹਾ। ਤੇ ਪ੍ਰੋਸੈਸਿੰਗ ਕਰਕੇ ਜਿਹੜਾ ਐਕਸਪੋਰਟ ਕਰਦੇ ਆ ਉਹ ਤਾਂ 500-600 ਰੁਪਏ ਤਾਂ ਹੀ ਕਿਲੋ ਵੀ ਲੈ ਕੇ ਜਾਂਦੇ। ਇਸ ਲਈ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਉਹ ਬਹੁਤ ਵੱਡਾ ਮਤਲਬ ਆਰਥਿਕ ਸ਼ੋਸ਼ਣ ਕਰਦੀਆਂ ਬੀ ਕੀਪਰ ਦਾ। ਇਸ ਲਈ ਪ੍ਰੋਡਕਸ਼ਨ ਕਰਨ ਵਾਲੇ ਬੀ ਕੀਪਰ ਨੂੰ ਜਿਹੜਾ ਕਿਸਾਨ ਹੈ ਉਹਨੂੰ ਨਹੀਂ ਕੱਖ ਬਚਦਾ। ਜਿਹੜੀਆਂ ਮਲਟੀਨੈਸ਼ਨਲ ਕੰਪਨੀਆਂ ਨੇ ਜਾਂ ਵੱਡੇ ਵਪਾਰੀ ਨੇ ਇਹ ਵੱਡੀ ਪੱਧਰ ਤੇ ਮਤਲਬ ਆਮ ਲੋਕਾਂ ਦੇ ਨਾਲ ਸ਼ੋਸ਼ਣ ਕਰਦੇ ਆ। ਜਿਹੜੀ ਤੁਹਾਡੀ ਕੋਈ ਕਿਸਾਨਾਂ ਦੀ ਇਸ ਤਰ੍ਹਾਂ ਦੀ ਸੁਸਾਇਟੀ ਬਣੀ ਹੋਈ ਹੈ ਜਿਹੜਾ ਪੂਰੇ ਸ਼ਹਿਦ ਚੱਕਣ ਤੇ ਤੁਸੀਂ ਖੁਦ ਮਾਰਕੀਟ ਕਰੋ ਜਾਂ ਵੇਚੋ? ਇਸ ਤਰ੍ਹਾਂ ਦਾ ਉਪਰਾਲਾ ਨਹੀਂ ਅਜੇ ਤਾਈਂ ਹੋਇਆ। PAU ਦੇ ਵਿੱਚ ਪ੍ਰੋਗਰੈਸਿਵ ਬੀ ਕੀਪਰ ਐਸੋਸੀਏਸ਼ਨ ਬਣਾਈ ਗਈ ਸੀ, ਉਹ ਯਤਨ ਕੀਤਾ, ਪਰ ਕਿਸਾਨਾਂ ਦਾ ਜਿਹੜਾ ਇਕੱਠਾ ਹੋਣਾ ਜਾਂ ਬੀ ਕੀਪਰਾਂ ਦਾ, ਕਿਉਂਕਿ ਸਪੋਰਟਸ ਦੇ ਵਿੱਚ ਨੇ ਕਿਤੇ 50 ਕਲੋਨੀਆਂ ਵਾਲੇ, 100 ਕਲੋਨੀਆਂ ਵਾਲੇ, 200 ਕਲੋਨੀਆਂ ਵਾਲੇ, ਵੱਡੇ ਤੋਂ ਵੱਡੇ ਕੋਈ 1000 ਕਲੋਨੀਆਂ ਵਾਲੇ ਵੀ ਨੇ, ਪਰ ਇਸ ਦੌਰ ਦੇ ਵਿੱਚ ਉਹਨਾਂ ਨੇ ਵੀ ਹੱਥ ਖੜੇ ਕਰ ਲਏ ਹੈ ਕਿਉਂਕਿ ਜਿਹੜਾ ਆਰਥਿਕ ਮੰਦਵਾੜਾ ਜ਼ਿਆਦਾ ਹੈ। ਵੱਡੀਆਂ ਕੰਪਨੀਆਂ ਰੇਟ ਨਹੀਂ ਦਿੰਦੀਆਂ ਸ਼ਾਇਦ। ਕਾਲੂ ਰਾਮ ਜੀ, ਤੁਸੀਂ ਕਾਫੀ ਸਮੇਂ ਤੋਂ ਕੰਮ ਕਰਦੇ ਹੋ, ਹੱਲ ਕੀ ਹੈ ਇਹਦਾ? ਤੁਹਾਡੇ ਕੋਲ ਹੱਲ ਵੀ ਹੋਣਾ ਚਾਹੀਦਾ ਹੈ। ਜਦ ਤੱਕ ਮੰਡੀਕਰਨ ਬੋਰਡ ਠੀਕ ਨਹੀਂ ਹੁੰਦਾ, ਸਿਸਟਮ ਠੀਕ ਨਹੀਂ ਹੁੰਦਾ, ਉਦੋਂ ਤੱਕ ਕੁਝ ਵੀ ਪੋਸੀਬਲ ਨਹੀਂ ਹੈ। ਇਸ ਲਈ ਬੁਨਿਆਦੀ ਤੌਰ ਤੇ ਜਿਹੜਾ ਸਾਡੇ ਮੁਲਕ ਦਾ ਸਿਸਟਮ ਹੈ, ਇਸੇ ਵਿਵਸਥਾ ਦੇ ਵਿੱਚ ਤਾਂ ਹੀ ਕੁਝ ਹੋ ਸਕਦਾ ਹੈ ਜੋ ਮੇਰੀ ਸਮਝ ਹੈ ਆਪਣੀ। ਤੇ ਇਹਦੇ ਵਿੱਚ ਕਿਉਂਕਿ ਜਿਹੜੇ ਵੱਡੇ ਵਪਾਰੀ ਨੇ ਉਹਦੀ ਸਿਰਫ ਤੇ ਸਿਰਫ ਜਿਹੜੀ ਨਿਗਾਹ ਹੈ ਉਹ ਮੁਨਾਫੇ ਵੱਲ ਹੈ, ਔਰ ਜਦੋਂ ਵੱਡਾ ਵਪਾਰੀ ਆਪਣਾ ਮੁਨਾਫੇ ਨੂੰ ਕਰਦਾ ਹੈ, ਜਦੋਂ ਮੁਨਾਫੇ ਦੀ ਲਾਲਸਾ ਆਉਂਦੀ ਹੈ ਤਾਂ ਫਿਰ ਆਮ ਲੋਕਾਂ ਵੱਲ ਨਹੀਂ ਦੇਖਿਆ ਜਾਂਦਾ, ਫਿਰ ਤਾਂ ਆਪਣੇ ਪ੍ਰੋਫਿਟ ਦੀ ਹੀ ਸੋਚਦਾ ਹੈ, ਦੂਜੇ ਦਾ ਨਹੀਂ ਸੋਚਦਾ ਇੰਨਾ ਜ਼ਿਆਦਾ। ਖੁਦਾ ਨਾ ਖਾਸਤਾ ਕਈ ਵਾਰੀ ਮੱਖੀਆਂ ਦਾ ਨੁਕਸਾਨ ਵੀ ਹੋ ਜਾਂਦਾ, ਇਸ ਤਰ੍ਹਾਂ ਦਾ ਵੀ ਤੁਹਾਨੂੰ ਝੱਲਣੀ ਪੈਂਦੀ ਹੈ ਮੁਸ਼ਕਲਾਂ? ਇਹ ਬੜੀ ਵੱਡੀ ਸਮੱਸਿਆ ਹੈ। ਪਿਛਲੇ ਸਾਲ ਮੇਰਾ ਹੋਰ ਮਤਲਬ ਗੋਬਿੰਦਗੜ੍ਹ ਵਾਲੀ ਨਹਿਰ ਦੇ ਉੱਤੇ ਮੱਖੀਆਂ ਰੱਖੀਆਂ ਸਨ, ਤੇ ਆਹੀ ਸਮਾਂ ਸੀਗਾ ਨਹਿਰ ਦੇ ਵਿੱਚ ਜਿਹੜਾ ਪਾਣੀ, ਜਿਹੜਾ ਜ਼ਹਿਰੀਲਾ ਪਾਣੀ ਉਹ ਆਇਆ, ਮੱਛੀਆਂ ਮਰ ਗਈਆਂ, ਉਹ ਮਰ ਗਈਆਂ। ਉਸ ਦੌਰ ਦੇ ਵਿੱਚ ਮੇਰਾ ਮਤਲਬ ਤਕਰੀਬਨ 250-300 ਕਲੋਨੀਆਂ ਮੇਰੀਆਂ ਬਰਬਾਦ ਹੋ ਗਈਆਂ। ਜਦੋਂ ਸ਼ੂਗਰ ਮਿਲਾਂ ਦਾ ਪਾਣੀ ਨਹਿਰਾਂ ਵਿੱਚ ਆਇਆ, ਹਾਂਜੀ, ਕੈਮੀਕਲ ਆਇਆ। ਆ ਸੀਡ ਫਾਰਮ ਦੇ ਇਲਾਕੇ ਦੇ ਵਿੱਚ ਖੇਤਾਂ ਦੇ ਵਿੱਚ ਮੱਛੀਆਂ ਮਰੀਆਂ ਹੀ ਤੈਰਦੀਆਂ ਨੇ। ਰਾਜਸਥਾਨ ਜਿੱਥੇ ਹੀ ਪਾਣੀ ਗਿਆ, ਪਸ਼ੂ ਧਨ ਦਾ ਬੜਾ ਵੱਡਾ ਨੁਕਸਾਨ ਆਇਆ। ਮੇਰਾ ਵੀ ਕਾਫੀ ਮਤਲਬ ਨੁਕਸਾਨ ਹੋਇਆ। ਕਾਲੂ ਰਾਮ ਜੀ, ਪਾਣੀ ਤੋਂ ਇਲਾਵਾ ਵੀ ਕੋਈ ਹੋਰ ਨੁਕਸਾਨ ਹੋਣ ਦਾ ਖਦਸ਼ਾ ਰਹਿੰਦਾ? ਹਾਂਜੀ, ਜਿਹੜੀਆਂ ਜ਼ਹਿਰਾਂ ਨੇ, ਜਿਹੜੀਆਂ ਸਪਰੇਅ ਹੈਗੀਆਂ ਨੇ, ਜਿਹੜੀਆਂ ਝੋਨੇ ਨੂੰ, ਨਰਮੇ ਨੂੰ, ਖਾਸ ਕਰਕੇ ਜਿਹੜੀ ਨਰਮਾ ਬੈਲਟ ਹੈਗੀ ਹੈ, ਇਹਦੇ ਵਿੱਚ ਤਾਂ ਮੱਖੀਆਂ ਦਾ ਇੱਥੇ ਰੱਖਣਾ ਮਤਲਬ ਹੋਰ 1.5-2 ਮਹੀਨੇ ਤੱਕ ਇੰਪੋਸੀਬਲ ਹੋ ਜਾਏਗਾ। ਸੰਭਵ ਨਹੀਂ ਹੈ ਵੀ ਇੱਥੇ ਮੱਖੀਆਂ ਰੱਖੀਆਂ ਜਾ ਸਕਣ। ਜਦੋਂ ਕਣਕ ਝੋਨੇ ਦੇ ਨਾੜ ਨੂੰ ਅੱਗ ਲਾਉਂਦੇ ਆ ਉਦੋਂ ਤੱਕ ਮੱਖੀਆਂ ਦਾ ਕੀ ਹੱਲ ਹੁੰਦਾ? ਮੱਖੀ ਸਿਆਣਾ ਬੀ ਕੀਪਰ ਤਾਂ ਉਸ ਸਮੇਂ ਤਾਂ ਇੱਥੋਂ ਮਾਈਗ੍ਰੇਟ ਕਰ ਜਾਂਦਾ ਹੈ, ਪਰ ਜੇ ਕੋਈ ਮਜਬੂਰੀ ਦੇ ਵਸ ਰਹਿ ਜੇ ਫਿਰ ਉਹਦਾ ਰੱਬ ਹੀ ਰੱਖਾ ਹੈ
ਕਿਉਂਕਿ ਮੱਖੀ ਜਦੋਂ ਫਲਾਈਟ ਕਰਦੀ ਹੈ, ਜਦੋਂ ਧੂੰਆਂ ਵੱਜਣਾ ਮੱਖੀ ਨੇ ਬੇਹੋਸ਼ ਹੋ ਕੇ ਡਿੱਗ ਪੈਣਾ, ਡਿੱਗਦਿਆਂ ਸਾਰ ਉਹਦਾ ਐਕਸੀਡੈਂਟ ਹੋਣਾ, ਉਹ ਵਰਕਰ ਨੇ ਆਉਣਾ ਹੀ ਨਹੀਂ ਘਰ। ਇਸ ਲਈ ਬਹੁਤ ਵੱਡਾ ਨੁਕਸਾਨ ਹੁੰਦਾ ਹੈ। ਸਰਕਾਰ ਵੱਲੋਂ ਕੋਈ ਇੰਸ਼ੋਰੈਂਸ ਦੀ ਵੀ ਪਾਲਿਸੀ ਹੈ ਜਾਂ ਨਹੀਂ? ਸਰ ਅੱਜ ਤੱਕ ਤਾਂ ਪਹਿਲਾਂ ਕਰਦੇ ਸੀ ਇੰਸ਼ੋਰੈਂਸ, ਪਰ ਹੁਣ ਉਹ ਜਿਹੜੇ ਇੰਸ਼ੋਰੈਂਸ ਕੰਪਨੀਆਂ ਵਾਲੇ ਵੀ ਬੀ ਕੀਪਿੰਗ ਦਾ ਕੋਈ ਮੱਖੀਆਂ ਦਾ ਨਹੀਂ ਕਰਦੇ, ਕਹਿੰਦੇ ਇਹਨਾਂ ਦਾ ਕੋਈ ਹੈ ਨਹੀਂ ਵੀ ਇਹਦਾ ਕੋਈ ਸਥਾਈ ਨਹੀਂ ਹੈਗਾ। ਇਸ ਲਈ ਕਈ ਬੈਂਕਾਂ ਵਾਲੇ ਜਿਹੜੇ ਹੁਣ ਨਵੇਂ ਲੋਨ ਕਰਦੇ ਆ ਜਿਹੜੇ ਬੈਂਕ, ਉਹਨਾਂ ਲਈ ਵੀ ਇੰਸ਼ੋਰੈਂਸ ਜ਼ਰੂਰੀ ਹੈ, ਪਰ ਉਹ ਕਹਿੰਦੇ ਵੀ ਸਾਨੂੰ ਤਾਂ ਕੋਈ ਲੱਭ ਨਹੀਂ ਰਿਹਾ, ਕਰਦਾ ਨਹੀਂ ਕੋਈ ਇੰਸ਼ੋਰੈਂਸ। ਇਸ ਲਈ ਨਵੇਂ ਜਿਹੜੇ ਰੁਜ਼ਗਾਰ ਖਾਤਰ ਬੀ ਕੀਪਿੰਗ ਦਾ ਲੈਂਦੇ ਆ ਲੋਨ, ਉਹਨਾਂ ਨੂੰ ਵੀ ਮੈਨੇਜਰਾਨਾ ਕਹਾਣੀ ਕਰਦੇ ਆ, ਪੈਰ ਨਹੀਂ ਲੱਗਣ ਦਿੰਦੇ ਸਧਾਰਨ ਬੰਦੇ ਦਾ। ਤਾਂ ਸੋ ਕੰਟਰੈਕਟ ਫਾਰਮਿੰਗ ਦੇ ਦੋ ਪਹਿਲੂ ਨੇ। ਇੱਕ ਕਿਸਾਨ ਦੇ ਪੱਖ ਤੋਂ ਆਇਆ ਕਿ ਕਿਸਾਨ ਕਹਿੰਦਾ ਅਸੀਂ ਕੰਟਰੈਕਟ ਫਾਰਮਿੰਗ ਕਰਨ ਦੇ ਇੱਛੁਕ ਹਾਂ, ਲੇਕਿਨ ਸਾਡੀ ਸਾਰੀ ਫਸਲ ਜਿਹੜੀ ਹੈ ਉਹ ਕੰਪਨੀ ਚੱਕੇ। ਕੰਪਨੀ ਦਾਅਵਾ ਕਰਦੀ ਆ ਕਿ ਅਸੀਂ ਇੱਕ ਫਸਲ ਚੱਕਦੇ ਹਾਂ। ਅੱਡ-ਅੱਡ ਕੰਪਨੀਆਂ ਨੇ, ਕੋਈ ਬੇਬੀ ਕਾਰਨ ਚੱਕਦਾ, ਕੋਈ ਮਿਰਚ ਚੱਕਦਾ, ਕੋਈ ਆਲੂ ਚੱਕਦਾ, ਲੇਕਿਨ ਕਿਸਾਨਾਂ ਦੀ ਸਮੱਸਿਆ ਨਾਲ ਵੱਲ ਕੋਈ ਵੀ ਧਿਆਨ ਨਹੀਂ ਦੇ ਰਿਹਾ। ਇੰਨਾ ਜ਼ਰੂਰ ਹੈ ਕਿ ਵੱਖ-ਵੱਖ ਕੰਪਨੀਆਂ ਜਿਹੜੀਆਂ ਚੰਗੇ ਤੇ ਮਹਿੰਗੇ ਬੀਜ ਦੇ ਰਹੀਆਂ ਕਿਸਾਨਾਂ ਨੂੰ, ਕਿਸਾਨ ਵੀ ਆਸ ਕਰਦੇ ਆ ਕਿ ਇਹਦੇ ਮੁਤਾਬਕ ਕੋਈ ਬੀਮੇ ਦੀ ਸੁਵਿਧਾ ਹੋਣੀ ਚਾਹੀਦੀ ਹੈ, ਫਸਲ ਬੀਮਾ ਯੋਜਨਾ ਹੋਣੀ ਚਾਹੀਦੀ ਹੈ, ਤਾਂ ਹੀ ਪੰਜਾਬ ਦੀ ਕਿਸਾਨੀ ਕੰਟਰੈਕਟ ਫਾਰਮਿੰਗ ਵੱਲ ਹੋਰ ਵਧੇਰੇ ਚਾਲੇ ਪਾ ਸਕੇਗੀ।